ਦੇਖ ਰਹੇ ਹੋ ਹੁਣ ਸਰਕਾਰ ਨੂੰ ਪਹਿਲਾਂ ਤੇ ਸਹਿਮਤੀ ਦਿਖਾਈ ਗਈ ਹੈ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ, ਪਰ ਹੁਣ ਉਹਨਾਂ ਦੇ ਹੀ ਜਿਹੜੇ ਆ ਵਿਧਾਇਕ ਹੈਗੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਸੀਐਮ ਚੇਂਜ ਚਾਹੀਦਾ ਜੀ। ਜਿਸ ਤੱਕ ਖਬਰਾਂ ਨਿਕਲ ਕੇ ਬਾਹਰ ਆ ਰਹੀਆਂ ਨੇ, ਇਹ ਜਿਹੜੀ ਪੰਜਾਬ ਕਾਂਗਰਸ ਦੇ ਅੰਦਰ ਬਗਾਵਤ ਪੈਦਾ ਹੋਈ ਹੈ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਜਿਹੜਾ ਵਿਦਰੋਹ ਖੜਾ ਹੋਇਆ ਹੈ, ਇਹ ਜਿਹੜੀ ਕੈਬਨਿਟ ਦੇ ਵਿੱਚ ਬਦਲਾਅ ਨੂੰ ਲੈ ਕੇ ਚਰਚਾ ਚੱਲ ਰਹੀ ਸੀ, ਉਹਨੂੰ ਰੋਕਣ ਲਈ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਜਿਹੜਾ ਆ ਅੱਜ ਕਾਂਗਰਸੀ ਆਗੂਆਂ ਵੱਲੋਂ ਕਦਮ ਚੁੱਕਿਆ ਗਿਆ ਹੈ। ਔਰ ਦੂਸਰੇ ਬੰਨੇ ਇਹ ਗੱਲ ਕਰਦੇ ਆ ਕਿ ਪੰਜਾਬ ਦਾ ਭਲਾ ਤਦ ਹੀ ਹੋ ਸਕਦਾ ਆ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਤੋਂ ਬਦਲਿਆ ਜਾਵੇ। ਹੁਣ ਕੈਪਟਨ ਅਮਰਿੰਦਰ ਸਿੰਘ ਦਾ ਸਵਾਲ ਨਹੀਂ, ਹੁਣ ਤੇ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਬਦਲਣਾ ਚਾਹੁੰਦੇ ਨੇ। ਪਰ ਦੂਸਰੇ ਬੰਨੇ ਜਿਹੜੀ ਗੱਲ ਜਿਹੜੀ ਹੈ ਕਿ ਜੇ ਤੇ ਤ੍ਰਿਪਤ ਬਾਜਵਾ, ਸੁਖੀ ਰੰਧਾਵਾ, ਸੁਖ ਸਰਕਾਰੀਆ, ਚਰਨਜੀਤ ਚੰਨੀ ਪੰਜਾਬ ਦੀ ਕੈਬਨਿਟ ਦੇ ਵਿੱਚ ਵਜ਼ੀਰ ਬਣੇ ਰਹਿ ਜਾਂਦੇ ਆ, ਫਿਰ ਤਾਂ ਪੰਜਾਬ ਸਰਕਾਰ ਬਹੁਤ ਵਧੀਆ, ਫਿਰ ਤਾਂ ਪੰਜਾਬ ਦੇ ਸਾਰੇ ਮਸਲੇ ਹੱਲ ਆ। ਤੇ ਜੇ ਅੰਦਰ ਖਾਤੇ ਜਿਹੜੀ ਇਹਨਾਂ ਦੀ ਕੜੱਤਨ ਚੱਲ ਰਹੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਆਪਦੀ ਵਜ਼ਾਰਤ ਦੇ ਵਿੱਚ ਤਬਦੀਲੀ ਕਰਨਾ ਚਾਹੁੰਦੇ ਹੈ, ਤੇ ਫਿਰ ਜਿਹੜੇ ਇਹ ਸਵਾਲ ਉਠਾਏ ਗਏ ਨੇ, ਜਿਹੜੇ ਸਵਾਲ ਉਠਾਏ ਗਏ ਨੇ ਬਿਲਕੁਲ ਸਹੀ ਨੇ, ਇਹ 'ਚ ਕੋਈ ਡਰਾਮਾ ਨਹੀਂ ਗਿਆ ਕਿ ਜਿਹੜੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਉਹ ਮਹਾਂ ਫੇਲ ਹੋਈ, ਬੁਰੀ ਤਰ੍ਹਾਂ ਨਾਕਾਮ ਹੋਈ ਹੈ ਔਰ ਪੰਜਾਬ ਦੇ ਲੋਕਾਂ ਨਾਲ ਬੜਾ ਵੱਡਾ ਧੋਖਾ ਕੀਤਾ ਗਿਆ, ਬੜਾ ਵੱਡਾ ਗੁਨਾਹ ਕੀਤਾ ਗਿਆ ਕਿ ਪੰਜਾਬ ਦੇ ਲੋਕਾਂ ਦੇ ਨਾਲ ਬੜੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ, ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਔਰ ਇੱਥੋਂ ਤੱਕ ਕਿ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਸਹੁੰ ਖਾ ਕੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀਗਾ, ਜਿਹਦੇ ਜੈਕਾਰਾ ਵੀ ਜਿਹੜਾ ਆ ਉਹ ਸੁਖੀ ਰੰਧਾਵਾ ਨੇ ਛੱਡਿਆ ਸੀਗਾ, ਕੋਈ ਪੂਰਾ ਹੋਇਆ? ਕਰਜ਼ਾ ਮਾਫੀ ਹੋ ਗਈ, ਨੌਜਵਾਨਾਂ ਨੂੰ ਨੌਕਰੀਆਂ ਮਿਲ ਗਈਆਂ, ਬੇਰੁਜ਼ਗਾਰੀ ਭੱਤਾ ਮਿਲਦਾ ਹੈ, ਸਮਾਰਟਫੋਨ ਮਿਲ ਗਏ, ਗਰੀਬਾਂ ਨੂੰ 51,000 ਸ਼ਗਨ ਸਕੀਮ ਮਿਲ ਗਈ ਹੈ। ਪਤਾ ਨਹੀਂ ਦੁਨੀਆ ਭਰ ਦੇ ਵਾਅਦੇ ਕੀਤੇ ਸੀ, ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਤੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੋਸ਼ੀ ਆ, ਤੁਸੀਂ 4.5 ਸਾਲ ਉਹਦੀ ਕੈਬਨਿਟ ਦੇ ਵਿੱਚ ਸੱਜੇ ਖੱਬੇ ਬਹਿੰਦੇ ਰਹੇ ਜੇ, ਉਹ ਮੁੱਖ ਮੰਤਰੀ ਸੀ, ਤੁਸੀਂ ਉਹਦੇ ਕੈਬਨਿਟ ਦੇ ਕਲੀਗ ਸੀ, ਤੇ ਜਿੰਨਾ ਕੈਪਟਨ ਅਮਰਿੰਦਰ ਸਿੰਘ ਦੋਸ਼ੀ, ਤੁਸੀਂ ਦੋਸ਼ੀ ਨਹੀਂ। ਤੁਸੀਂ ਤੇ ਕੱਲ੍ਹ ਤੱਕ ਪੰਜਾਬ ਸਰਕਾਰ ਦਾ ਗੁਣਗਾਨ ਕਰਦੇ ਰਹੇ ਜੇ, ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਰਹੇ ਜੇ, ਵਧੀਆ ਸਰਕਾਰ ਦਾ ਦਾਅਵਾ ਕਰਦੇ ਰਹੇ ਜੇ, ਕੈਪਟਨ ਅਮਰਿੰਦਰ ਸਿੰਘ ਦੀ ਵਿਜ਼ਨ ਦੀ, ਲੀਡਰਸ਼ਿਪ ਦੀ, ਅਗਵਾਈ ਦੀ, ਉਹਦੇ ਮੁੱਖ ਮੰਤਰੀਪਣ ਦਾ ਤੁਸੀਂ ਗੁਣਗਾਨ ਕਰਦੇ ਰਹੇ ਜੇ। ਤੇ ਹੁਣ ਕਿਹੜਾ ਤੁਹਾਨੂੰ ਬ੍ਰਹਮ ਗਿਆਨ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਫੇਲ ਹੋ ਗਿਆ? ਇਸ ਕਰਕੇ ਤੁਸੀਂ ਇਸ ਪਾਸੇ ਤੁਰੇ ਜੇ ਕਿ ਅੱਜ ਪੰਜਾਬ ਦੇ ਲੋਕ ਦੁਖੀ ਨੇ ਕਾਂਗਰਸ ਤੋਂ। ਅੱਜ ਪੰਜਾਬ ਦੇ ਲੋਕ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ। ਔਰ ਇੱਥੋਂ ਤੱਕ ਕਿ ਜਿਹੜੇ ਵਰਕਰਾਂ ਨੇ, ਵੋਟਰਾਂ ਨੇ, ਛੋਟੇ ਆਗੂਆਂ ਨੇ ਮਿਹਨਤ ਕਰ ਕਰਕੇ ਕਾਂਗਰਸ ਦੀ ਸਰਕਾਰ ਬਣਾਈ ਸੀ, ਅੱਜ ਉਹ ਧਾਹਾਂ ਮਾਰ ਮਾਰ ਕੇ ਰੋ ਰਹੇ ਨੇ ਤੇ ਸਵਾਲ ਖੜੇ ਕਰ ਰਹੇ ਨੇ ਕਿ ਆਓ ਇੱਕ ਆਓ ਤਾਂ ਸਹੀ, ਆਉਣਾ ਤਾਂ ਸਾਡੇ ਕੋਲ ਹੀ ਜੇ ਨਾ। ਇਸ ਕਰਕੇ ਆਪਣੀ ਜਿਹੜੀ ਸਕਿਨ ਸੇਫ ਕਰਨ ਵਾਸਤੇ, ਆਪਣੀ ਚਮੜੀ ਬਚਾਉਣ ਵਾਸਤੇ ਇਹ ਲੋਕ ਜਿਹੜੇ ਨੇ, ਕਾਂਗਰਸੀ ਆਗੂ ਜਿਹੜੇ ਨੇ, ਕੇਵਲ ਤੇ ਕੇਵਲ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀ ਠਹਿਰਾ ਕੇ ਸਾਰਾ ਕੁਝ ਉਹਦੇ ਸਿਰ ਬੰਨ੍ਹ ਕੇ ਨਾਕਾਮੀਆਂ ਦਾ ਆਪ ਬਰੀ ਹੋਣਾ ਚਾਹੁੰਦੇ ਨੇ, ਪਰ ਹੁਣ ਬਰੀ ਨਹੀਂ ਹੋ ਸਕਦੇ। ਇਹ ਪੰਜਾਬ ਦੇ ਦੋਸ਼ੀ ਨੇ। ਜਿੱਥੇ ਕੈਪਟਨ ਅਮਰਿੰਦਰ ਸਿੰਘ ਦੋਸ਼ੀ ਆ, ਉੱਥੇ ਨਵਜੋਤ ਸਿੰਘ ਸਿੱਧੂ, ਸੁਖੀ ਰੰਧਾਵਾ, ਤ੍ਰਿਪਤ ਬਾਜਵਾ, ਚਰਨਜੀਤ ਚੰਨੀ ਤੇ ਸੁਖ ਸਰਕਾਰੀਆ ਸਾਰੇ ਹੀ ਬਰਾਬਰ ਦੇ ਦੋਸ਼ੀ ਹੈ ਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਦੀਆਂ ਹੁੰਦੀਆਂ ਨੇ। ਇਹਨਾਂ ਦੀਆਂ ਚਾਲਾਂ ਕਦਾਚਿਤ ਵੀ ਪੰਜਾਬ ਦੇ ਲੋਕ ਸਫਲ ਨਹੀਂ ਹੁੰਦੇ। ਪ੍ਰਿੰਸ ਸਿੰਘ ਬਾਜਵਾ ਦਾ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਮਿਲੇ ਹੋਏ ਨੇ, ਪੰਜਾਬ ਨੂੰ ਕਿਤੇ ਨਾ ਕਿਤੇ ਵੱਖਰਾ ਕਰਨਾ ਚਾਹੁੰਦੇ ਆ।
ਕੌਣ ਮਿਲੇ ਹੋਇਆ? ਪ੍ਰੀਤੀ ਸਿੰਘ ਬਾਦਲ ਸਾਹਿਬ ਤੇ ਕੈਪਟਨ ਸਾਹਿਬ ਜੀ। ਨਹੀਂ, ਇਹਨਾਂ ਨੂੰ ਰੱਦ ਗੱਲਾਂ ਤੇ ਮੋਟੀ ਜੀ ਇਹ ਹੈ ਕਿ ਜਿਹੜੀਆਂ ਅੱਜ ਜਿਸ ਤਰ੍ਹਾਂ ਦੇ ਮਰਜ਼ੀ ਗੱਲਾਂ ਕਰ ਲੈਣ, ਇਹ ਗੱਲਾਂ ਹੁਣ ਚੱਲਣੀਆਂ ਨਹੀਂ, ਇਹ ਗੱਲਾਂ ਹੁਣ ਚੱਲਣੀਆਂ ਨਹੀਂ। ਅਤੇ ਕੱਲ੍ਹ ਤੱਕ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸੱਜੇ ਖੱਬੇ ਬੈਠਦੇ ਰਹੇ ਜੇ, ਅਤੇ ਸਭ ਤੋਂ ਜਿਹੜੇ ਖਾਸ ਮਖਾਸ ਸੀ ਤੁਸੀਂ ਸੀ। ਅਤੇ ਜੇ ਤੁਹਾਨੂੰ ਨਜ਼ਰ ਆਉਂਦਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਰਲੇ ਹੋਏ, ਤਾਂ ਫਿਰ ਉਦੋਂ ਕਿਉਂ ਨਾ ਬੋਲੇ? ਉਦੋਂ ਕਿਉਂ ਨਹੀਂ ਜੀ ਗੱਲਾਂ ਕਰਦੇ ਰਹੇ? ਅਕਾਲੀ ਦਲ ਦੇ ਵਿਰੁੱਧ, ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿਰੁੱਧ, ਬਾਦਲ ਪਰਿਵਾਰ ਦੇ ਵਿਰੁੱਧ, ਕੁੰਵਰ ਵਿਜੇ ਪ੍ਰਤਾਪ ਵਰਗਿਆਂ ਨੂੰ ਕੋਲੇ ਬਿਠਾ ਕੇ ਤੁਸੀਂ ਰਿਪੋਰਟਾਂ ਤਿਆਰ ਕਰਦੇ ਰਹੇ ਜੇ, ਸਾਜ਼ਿਸ਼ਾਂ ਕਰਦੇ ਰਹੇ ਜੇ ਕਿਸ ਤਰ੍ਹਾਂ ਫਸਾਉਣਾ ਆ। ਅਤੇ ਜੇ ਹਾਈ ਕੋਰਟ ਨਾ ਹੁੰਦੀ ਤਾਂ ਤੁਹਾਂ ਤਾਂ ਚੰਦ ਚਾੜ੍ਹਤਾ ਸੀ। ਬਾਜਵਾ ਸਾਹਿਬ ਤੁਸੀਂ ਵਿੱਚ ਸੀਗੇ। ਸੁਖੀ ਰੰਧਾਵੇ ਦੀ ਸਿਫਾਰਿਸ਼ ਦੇ ਉੱਤੇ ਤਾਂ ਨਵਜੋਤ ਸਿੰਘ ਸਿੱਧੂ ਦੀ ਪਸੰਦ ਸੀ ਕੁੰਵਰ ਵਿਜੇ ਪ੍ਰਤਾਪ, ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਅਖੀਰ ਪ੍ਰਗਟਾਵਾ ਕਰਨਾ ਪਿਆ ਕਿ ਤੁਸੀਂ ਲਿਆਂਦਾ ਸੀਗਾ। ਸਾਜ਼ਿਸ਼ਾਂ ਤੁਸੀਂ ਘੜੋ ਅਕਾਲੀ ਦਲ ਦੇ ਵਿਰੁੱਧ, ਕੈਪਟਨ ਅਮਰਿੰਦਰ ਸਿੰਘ ਘੜੇ ਅਕਾਲੀ ਦਲ ਦੇ ਵਿਰੁੱਧ, ਅਤੇ ਗੱਲਾਂ ਤੁਸੀਂ ਅੱਜ ਇਹੋ ਜਿਹੀਆਂ ਕਰੋਗੇ। ਇਹ ਗੱਲਾਂ ਕਿਸੇ ਨੂੰ ਗਲੇ ਨਹੀਂ ਉਤਰਨ ਵਾਲੀਆਂ। ਜਿੰਨਾ ਮਰਜ਼ੀ ਹੁਣ ਤੁਸੀਂ ਜਿਸ ਤਰ੍ਹਾਂ ਦੀ ਮਰਜ਼ੀ ਗੱਲਾਂ ਕਰ ਲਓ, ਹੁਣ ਇਹ ਗੱਲਾਂ ਚੱਲਣੀਆਂ ਨਹੀਂ। ਹੁਣ ਫਿਰ 2022 ਨੂੰ ਕਿੱਦਾਂ ਦੇਖ ਰਹੇ ਹੋ ਕਾਂਗਰਸ ਨੂੰ? ਫਿਰ ਤੁਸੀਂ 2022 'ਚ ਲੋਕੀ ਪੰਜਾਬ ਦੇ ਮੰਨਣਗੇ ਕਾਂਗਰਸ ਨੂੰ। ਬੜੇ ਵਿਸ਼ਵਾਸ ਦੇ ਨਾਲ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਸੀਗਾ। ਬੜਾ ਵੱਡਾ ਭਰੋਸਾ ਦਿੱਤਾ ਸੀਗਾ ਪੰਜਾਬ ਦੇ ਲੋਕਾਂ ਨੇ, ਬੜਾ ਵੱਡਾ ਬਹੁਮਤ ਦਿੱਤਾ ਸੀਗਾ ਇੱਕ ਵਿਸ਼ਵਾਸ ਕਰਕੇ। ਉਸ ਵਿਸ਼ਵਾਸ ਨੂੰ ਤੋੜਿਆ ਹੈ ਕੈਪਟਨ ਅਮਰਿੰਦਰ ਸਿੰਘ ਨੇ, ਤੋੜਿਆ ਹੈ ਨਵਜੋਤ ਸਿੰਘ ਸਿੱਧੂ ਨੇ, ਤੋੜਿਆ ਹੈ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ, ਤੋੜਿਆ ਹੈ। ਅਤੇ ਫਿਰ 2022 'ਤੇ ਜ਼ਮਾਨਤਾਂ ਜ਼ਬਤ ਹੋਣੀਆਂ, ਅਤੇ ਲੋਕੀ ਤਾਂ ਹੁਣ ਐ ਤੋਲ ਕੇ ਬੈਠੇ ਕਿ ਕਿਹੜਾ ਸਾਡੇ ਹੱਕ 'ਚ ਹੈ, ਕਿਹਨੇ ਸਾਡੇ ਲਈ ਕੀ ਕੀਤਾ ਆ, ਕਿਹੜਾ ਸਾਡੇ ਲਈ ਚੰਗਾ ਆ, ਕਿਹੜਾ ਸਾਡੇ ਲਈ ਮਾੜਾ ਆ। ਅਤੇ ਲੋਕ ਤਾਂ ਗੱਲਾਂ ਕਰਦੇ ਸ਼੍ਰੋਮਣੀ ਅਕਾਲੀ ਦਲ ਦੀਆਂ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੀਆਂ। ਅੱਜ ਜੋ ਵੀ ਪੰਜਾਬ 'ਚ ਡਿਵੈਲਪਮੈਂਟ ਹੋਈ ਹੈ, ਜੋ ਵੀ ਪੰਜਾਬ 'ਚ ਕੰਮ ਹੋਏ ਨੇ, ਔਰ ਜੋ ਵੀ ਲੋਕ ਭਲਾਈ ਦੀਆਂ ਸਕੀਮਾਂ ਚੱਲਦੀਆਂ ਨੇ, ਚਾਹੇ ਕਿਸਾਨੀ ਵਾਸਤੇ ਹੈ, ਚਾਹੇ ਗਰੀਬਾਂ ਵਾਸਤੇ ਹੈ, ਚਾਹੇ ਵਪਾਰੀਆਂ ਵਾਸਤੇ ਹੈ, ਹਰੇਕ ਪੱਖ ਤੋਂ ਜੇ ਕਿਸੇ ਨੇ ਕੁਛ ਕੀਤਾ ਪੰਜਾਬ ਵਾਸਤੇ, ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਨੇ ਕੀਤਾ। ਅਤੇ ਇਸ ਕਰਕੇ 2022 ਦੇ ਵਿੱਚ ਇਹ ਤਾਂ ਸਪਸ਼ਟ ਨਜ਼ਰ ਆਉਂਦਾ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ 'ਤੇ ਜਿਹੜਾ ਗੱਠਜੋੜ ਹੋ ਚੁੱਕਾ ਹੈ ਬਹੁਜਨ ਸਮਾਜ ਪਾਰਟੀ ਦਾ, ਸਰਕਾਰ 2022 'ਚ ਬਣਨੀ। ਕੱਲ੍ਹ ਮੀਟਿੰਗ ਹੋ ਰਹੀ ਹੈ ਕਿਸਾਨਾਂ ਦੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਗੱਲੇ ਦੇ ਬਕਾਇਦਾ, ਕਿੱਦਾਂ ਦੇਖ ਰਹੇ ਹੋ? ਦੇਖੋ, ਬੜੇ ਦੁੱਖ ਦੀ ਗੱਲ ਹੈ ਕਿ ਕਿਸਾਨ ਜਿਣਸ ਪੈਦਾ ਕਰਦਾ ਹੈ, ਆਪਦੀ ਫਸਲ ਪੈਦਾ ਕਰਦਾ ਹੈ, ਅਤੇ ਉਹਦੀ ਫਸਲ ਦਾ ਵਾਜਬ ਰੇਟ ਵੀ ਨਾ ਮਿਲੇ, ਔਰ ਸਰਕਾਰ ਉਹਦਾ ਸਹੀ ਸਮੇਂ 'ਤੇ ਉਹਦੀ ਅਦਾਇਗੀ ਵੀ ਨਾ ਕਰੇ, ਅਤੇ ਸਾਲਾਂ ਬੱਧੀ ਸਮਾਂ ਲੰਘ ਜੇ ਅਤੇ ਤਦ ਵੀ ਉਹਦੀ ਅਦਾਇਗੀ ਨਾ ਕਰੇ। ਅੱਜ 200 ਕਰੋੜ ਤੋਂ ਉੱਤੇ ਜਿਹੜਾ ਕਿਸਾਨਾਂ ਦਾ ਬਕਾਇਆ ਜਿਹੜਾ ਪੰਜਾਬ ਸਰਕਾਰ ਵੱਲ ਪਿਆ ਹੈ, ਪੰਜਾਬ ਸਰਕਾਰ ਦਿੰਦੀ ਕਿਉਂ ਨਹੀਂ? ਕੋਈ ਖਰਾਤ ਮੰਗਦੇ। ਔਰ 2018 ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਕੋਈ ਰੇਟ ਨਹੀਂ ਵਧਾਇਆ ਗਿਆ। ਬਾਕੀ ਸਟੇਟਾਂ 'ਚ ਦੇਖ ਲਓ, ਉਹਨਾਂ 'ਚ ਕੀ ਰੇਟ ਹੈ ਅਤੇ ਪੰਜਾਬ 'ਚ ਕੀ ਰੇਟ ਹੈ। ਅਤੇ ਤੁਸੀਂ ਬਾਕੀ ਸਟੇਟਾਂ ਤੋਂ ਅੱਵਲ ਤਾਂ ਵੱਧ ਦੇਣਾ ਚਾਹੀਦਾ ਆ। ਜੇ ਵੱਧ ਨਹੀਂ ਦੇ ਸਕਦੇ, ਘੱਟੋ ਘੱਟ ਉਹਨਾਂ ਰੇਟ 'ਤੇ ਦਿਓ। ਅਤੇ ਇਸ ਕਰਕੇ ਜਿਹੜਾ ਆ ਕਿਸਾਨ ਅੱਜ ਇਹ ਐਜੀਟੇਸ਼ਨ ਕਰ ਰਹੇ ਨੇ, ਜੇ ਧਰਨੇ ਲਾ ਰਹੇ ਨੇ, ਅਤੇ ਦੁਖੀ ਹੋ ਕੇ ਲਾ ਰਹੇ ਨੇ, ਅਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਉਹਨਾਂ ਦੀ ਸੁਣਨੀ ਚਾਹੀਦੀ ਹੈ, ਮਸਲੇ ਹੱਲ ਕਰਨੇ ਚਾਹੀਦੇ ਹੈ, ਬਕਾਇਆ ਰਾਸ਼ੀ ਜਾਰੀ ਕਰਨੀ ਚਾਹੀਦੀ ਹੈ, ਅਤੇ ਸਹੀ ਰੇਟ ਦੇਣਾ ਚਾਹੀਦਾ। ਕਿੱਦਾਂ ਦੇਖ ਰਹੇ ਹੋ ਹੁਣ ਸਰਕਾਰ ਨੂੰ? ਪਹਿਲਾਂ ਤਾਂ ਸਹਿਮਤੀ ਦਿਖਾਈ ਗਈ ਹੈ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ, ਪਰ ਹੁਣ ਉਹਨਾਂ ਦੇ ਹੀ ਜਿਹੜੇ ਆ ਵਿਧਾਇਕ ਹੈਗੇ, ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ CM ਚੇਂਜ ਚਾਹੀਦਾ ਜੀ। ਜਿਸ ਤੱਕ ਖਬਰਾਂ ਨਿਕਲ ਕੇ ਬਾਹਰ ਆ ਰਹੀਆਂ ਨੇ, ਇਹ ਜਿਹੜੀ ਪੰਜਾਬ ਕਾਂਗਰਸ ਦੇ ਅੰਦਰ ਬਗਾਵਤ ਪੈਦਾ ਹੋਈ ਹੈ, ਜਾਂ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਜਿਹੜਾ ਵਿਦਰੋਹ ਖੜਾ ਹੋਇਆ ਹੈ, ਇਹ ਜਿਹੜੀ ਕੈਬਨਿਟ ਦੇ ਵਿੱਚ ਬਦਲਾਅ ਨੂੰ ਲੈ ਕੇ ਚਰਚਾ ਚੱਲ ਰਹੀ ਸੀ, ਉਹਨੂੰ ਰੋਕਣ ਲਈ, ਆਪਣੇ ਆਪ ਨੂੰ ਬਚਾਉਣ ਦੀ ਖਾਤਰ ਜਿਹੜਾ ਆ ਅੱਜ ਕਾਂਗਰਸੀ ਆਗੂਆਂ ਵੱਲੋਂ ਕਦਮ ਚੁੱਕਿਆ ਗਿਆ ਹੈ। ਪਰ ਦੂਸਰੇ ਬੰਨੇ ਇਹ ਗੱਲ ਕਰਦੇ ਆ ਕਿ ਪੰਜਾਬ ਦਾ ਭਲਾ ਤਦ ਹੀ ਹੋ ਸਕਦਾ ਆ ਜੇ ਕੈਪਟਨ ਅਮਰਿੰਦਰ ਸਿੰਘ ਨੂੰ
ਮੁੱਖ ਮੰਤਰੀ ਤੋਂ ਬਦਲਿਆ ਜਾਵੇ। ਹੁਣ ਕੈਪਟਨ ਅਮਰਿੰਦਰ ਸਿੰਘ ਦਾ ਸਵਾਲ ਨਹੀਂ, ਹੁਣ ਤੇ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਬਦਲਣਾ ਚਾਹੁੰਦੇ ਨੇ। ਪਰ ਦੂਸਰੇ ਬੰਨੇ ਜਿਹੜੀ ਗੱਲ ਜਿਹੜੀ ਹੈ ਕਿ ਜੇ ਤੇ ਤ੍ਰਿਪਤ ਬਾਜਵਾ, ਸੁਖੀ ਰੰਧਾਵਾ, ਸੁਖ ਸਰਕਾਰੀਆ, ਚਰਨਜੀਤ ਚੰਨੀ ਪੰਜਾਬ ਦੀ ਕੈਬਨਿਟ ਦੇ ਵਿੱਚ ਵਜ਼ੀਰ ਬਣੇ ਰਹਿ ਜਾਂਦੇ ਆ, ਫਿਰ ਤਾਂ ਪੰਜਾਬ ਸਰਕਾਰ ਬਹੁਤ ਵਧੀਆ, ਫਿਰ ਤਾਂ ਪੰਜਾਬ ਦੇ ਸਾਰੇ ਮਸਲੇ ਹੱਲ ਆ। ਤੇ ਜੇ ਅੰਦਰ ਖਾਤੇ ਜਿਹੜੀ ਇਹਨਾਂ ਦੀ ਕੜੱਤਨ ਚੱਲ ਰਹੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਆਪਦੀ ਵਜ਼ਾਰਤ ਦੇ ਵਿੱਚ ਤਬਦੀਲੀ ਕਰਨਾ ਚਾਹੁੰਦੇ ਹੈ, ਤੇ ਫਿਰ ਜਿਹੜੇ ਇਹ ਸਵਾਲ ਉਠਾਏ ਗਏ ਨੇ, ਜਿਹੜੇ ਸਵਾਲ ਉਠਾਏ ਗਏ ਨੇ ਬਿਲਕੁਲ ਸਹੀ ਨੇ, ਇਹ 'ਚ ਕੋਈ ਦਰਾਵਾਂ ਨਹੀਂ ਗਿਆ ਕਿ ਜਿਹੜੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਉਹ ਮਹਾਂ ਫੇਲ ਹੋਈ, ਬੁਰੀ ਤਰ੍ਹਾਂ ਨਾਕਾਮ ਹੋਈ ਹੈ ਔਰ ਪੰਜਾਬ ਦੇ ਲੋਕਾਂ ਨਾਲ ਬੜਾ ਵੱਡਾ ਧੋਖਾ ਕੀਤਾ ਗਿਆ, ਬੜਾ ਵੱਡਾ ਗੁਨਾਹ ਕੀਤਾ ਗਿਆ ਕਿ ਪੰਜਾਬ ਦੇ ਲੋਕਾਂ ਦੇ ਨਾਲ ਬੜੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ, ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਔਰ ਇੱਥੋਂ ਤੱਕ ਕਿ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਸਹੁੰ ਖਾ ਕੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀਗਾ, ਜਿਹਦੇ ਜੈਕਾਰਾ ਵੀ ਜਿਹੜਾ ਆ ਉਹ ਸੁਖੀ ਰੰਧਾਵਾ ਨੇ ਛੱਡਿਆ ਸੀਗਾ, ਕੋਈ ਪੂਰਾ ਹੋਇਆ? ਕਰਜ਼ਾ ਮਾਫੀ ਹੋ ਗਈ, ਨੌਜਵਾਨਾਂ ਨੂੰ ਨੌਕਰੀਆਂ ਮਿਲ ਗਈਆਂ, ਬੇਰੁਜ਼ਗਾਰੀ ਭੱਤਾ ਮਿਲਦਾ ਹੈ, ਸਮਾਰਟਫੋਨ ਮਿਲ ਗਏ, ਗਰੀਬਾਂ ਨੂੰ 51,000 ਸ਼ਗਨ ਸਕੀਮ ਮਿਲ ਗਈ ਹੈ। ਪਤਾ ਨਹੀਂ ਦੁਨੀਆ ਭਰ ਦੇ ਵਾਅਦੇ ਕੀਤੇ ਸੀ, ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਤੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੋਸ਼ੀ ਆ, ਤੁਸੀਂ 4.5 ਸਾਲ ਉਹਦੀ ਕੈਬਨਿਟ ਦੇ ਵਿੱਚ ਸੱਜੇ ਖੱਬੇ ਬਹਿੰਦੇ ਰਹੇ ਜੇ, ਉਹ ਮੁੱਖ ਮੰਤਰੀ ਸੀ, ਤੁਸੀਂ ਉਹਦੇ ਕੈਬਨਿਟ ਦੇ ਕਲੀਗ ਸੀ, ਤੇ ਜਿੰਨਾ ਕੈਪਟਨ ਅਮਰਿੰਦਰ ਸਿੰਘ ਦੋਸ਼ੀ, ਤੁਸੀਂ ਦੋਸ਼ੀ ਨਹੀਂ। ਤੁਸੀਂ ਤੇ ਕੱਲ੍ਹ ਤੱਕ ਪੰਜਾਬ ਸਰਕਾਰ ਦਾ ਗੁਣਗਾਨ ਕਰਦੇ ਰਹੇ ਜੀ, ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਰਹੇ ਜੇ, ਵਧੀਆ ਸਰਕਾਰ ਦਾ ਦਾਅਵਾ ਕਰਦੇ ਰਹੇ ਜੇ, ਕੈਪਟਨ ਅਮਰਿੰਦਰ ਸਿੰਘ ਦੀ ਵਿਜ਼ਨ ਦੀ, ਲੀਡਰਸ਼ਿਪ ਦੀ, ਅਗਵਾਈ ਦੀ, ਉਹਦੇ ਮੁੱਖ ਮੰਤਰੀਪਣ ਦਾ ਤੁਸੀਂ ਗੁਣਗਾਨ ਕਰਦੇ ਰਹੇ ਜੇ। ਤੇ ਹੁਣ ਕਿਹੜਾ ਤੁਹਾਨੂੰ ਬ੍ਰਹਮ ਗਿਆਨ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਫੇਲ ਹੋ ਗਿਆ? ਇਸ ਕਰਕੇ ਤੁਸੀਂ ਇਸ ਪਾਸੇ ਤੁਰੇ ਜੇ ਕਿ ਅੱਜ ਪੰਜਾਬ ਦੇ ਲੋਕ ਦੁਖੀ ਨੇ ਕਾਂਗਰਸ ਤੋਂ। ਅੱਜ ਪੰਜਾਬ ਦੇ ਲੋਕ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ, ਔਰ ਇੱਥੋਂ ਤੱਕ ਕਿ ਜਿਹੜੇ ਵਰਕਰਾਂ ਨੇ, ਵੋਟਰਾਂ ਨੇ, ਛੋਟੇ ਆਗੂਆਂ ਨੇ ਮਿਹਨਤ ਕਰ ਕਰਕੇ ਕਾਂਗਰਸ ਦੀ ਸਰਕਾਰ ਬਣਾਈ ਸੀ, ਅੱਜ ਉਹ ਧਾਹਾਂ ਮਾਰ ਮਾਰ ਕੇ ਰੋ ਰਹੇ ਨੇ ਤੇ ਸਵਾਲ ਖੜੇ ਕਰ ਰਹੇ ਨੇ ਕਿ ਆਓ ਇੱਕ ਆਓ ਤਾਂ ਸਹੀ, ਆਉਣਾ ਤਾਂ ਸਾਡੇ ਕੋਲ ਹੀ ਜੇ ਨਾ। ਇਸ ਕਰਕੇ ਆਪਣੀ ਸੇਫ ਕਰਨ ਵਾਸਤੇ, ਆਪਣੀ ਚਮੜੀ ਬਚਾਉਣ ਵਾਸਤੇ ਇਹ ਲੋਕ ਜਿਹੜੇ ਨੇ, ਕਾਂਗਰਸੀ ਆਗੂ ਜਿਹੜੇ ਨੇ, ਕੇਵਲ ਤੇ ਕੇਵਲ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀ ਠਹਿਰਾ ਕੇ ਸਾਰਾ ਕੁਝ ਉਹਦੇ ਸਿਰ ਬੰਨ੍ਹ ਕੇ ਨਾਕਾਮੀਆਂ ਦਾ ਆਪ ਬਰੀ ਹੋਣਾ ਚਾਹੁੰਦੇ ਨੇ, ਪਰ ਹੁਣ ਬਰੀ ਨਹੀਂ ਹੋ ਸਕਦੇ। ਇਹ ਪੰਜਾਬ ਦੇ ਦੋਸ਼ੀ ਨੇ। ਜਿੱਥੇ ਕੈਪਟਨ ਅਮਰਿੰਦਰ ਸਿੰਘ ਦੋਸ਼ੀ ਆ, ਉੱਥੇ ਨਵਜੋਤ ਸਿੰਘ ਸਿੱਧੂ, ਸੁਖੀ ਰੰਧਾਵਾ, ਤ੍ਰਿਪਤ ਬਾਜਵਾ, ਚਰਨਜੀਤ ਚੰਨੀ ਤੇ ਸੁਖ ਸਰਕਾਰੀਆ ਸਾਰੇ ਹੀ ਬਰਾਬਰ ਦੇ ਦੋਸ਼ੀ ਹੈ, ਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਦੀਆਂ ਹੁੰਦੀਆਂ ਨੇ। ਇਹਨਾਂ ਦੀਆਂ ਚਾਲਾਂ ਕਦਾਚਿਤ ਵੀ ਪੰਜਾਬ ਦੇ ਲੋਕ ਸਫਲ ਨਹੀਂ ਹੁੰਦੇ। ਪ੍ਰਿੰਦਰ ਸਿੰਘ ਬਾਜਵਾ ਦਾ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਮਿਲੇ ਹੋਏ ਨੇ, ਪੰਜਾਬ ਨੂੰ ਕਿਤੇ ਨਾ ਕਿਤੇ ਵੱਖਰਾ ਕਰਨਾ ਚਾਹੁੰਦੇ ਆ। ਕੌਣ ਮਿਲੇ ਹੋਏ? ਪ੍ਰਿੰਦਰ ਸਿੰਘ ਬਾਜਵਾ, ਬਾਦਲ ਸਾਹਿਬ ਤੇ ਕੈਪਟਨ ਸਾਹਿਬ। ਨਹੀਂ, ਇਹਨਾਂ ਨੂੰ ਗੱਲਾਂ ਤੇ ਮੋਟੀ ਜੀ ਇਹ ਹੈ ਕਿ ਜਿਹੜੀਆਂ ਅੱਜ ਜਿਸ ਤਰ੍ਹਾਂ ਦੇ ਮਰਜ਼ੀ ਗੱਲਾਂ ਕਰ ਲੈਣ, ਇਹ ਗੱਲਾਂ ਹੁਣ ਚੱਲਣੀਆਂ ਨੇ, ਇਹ ਗੱਲਾਂ ਹੁਣ ਚੱਲਣੀਆਂ ਨੇ। ਤੇ ਕੱਲ੍ਹ ਤੱਕ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸੱਜੇ ਖੱਬੇ ਬੈਠਦੇ ਰਹੇ ਜੇ, ਤੇ ਸਭ ਤੋਂ ਜਿਹੜੇ ਖਾਸਮ ਖਾਸ ਸੀ ਤੁਸੀਂ ਸੀ। ਤੇ ਜੇ ਤੁਹਾਨੂੰ ਨਜ਼ਰ ਆਉਂਦਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਰਲੇ ਹੋਏ, ਤੇ ਫਿਰ ਉਦੋਂ ਕਿਉਂ ਨਾ ਬੋਲੇ? ਉਦੋਂ ਕਿਉਂ ਨਹੀਂ ਜੀ ਗੱਲਾਂ ਕਰਦੇ ਰਹੇ? ਅਕਾਲੀ ਦਲ ਦੇ ਵਿਰੁੱਧ, ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿਰੁੱਧ, ਬਾਦਲ ਪਰਿਵਾਰ ਦੇ ਵਿਰੁੱਧ, ਕੁੰਵਰ ਵਿਜੇ ਪ੍ਰਤਾਪ ਵਰਗਿਆਂ ਨੂੰ ਕੋਲੇ ਬਿਠਾ ਕੇ ਤੁਸੀਂ ਰਿਪੋਰਟਾਂ ਤਿਆਰ ਕਰਦੇ ਰਹੇ ਜੇ, ਸਾਜ਼ਿਸ਼ਾਂ ਕਰਦੇ ਰਹੇ ਜੇ ਕਿਸ ਤਰ੍ਹਾਂ ਫਸਾਉਣਾ ਆ। ਤੇ ਜੇ ਹਾਈ ਕੋਰਟ ਨਾ ਹੁੰਦੀ ਤਾਂ ਤੁਹਾਂ ਤਾਂ ਚੰਦ ਚਾੜਤਾ ਸੀ।
ਬਾਜਵਾ ਸਾਹਿਬ ਤੁਸੀਂ ਵਿੱਚ ਸੀਗੇ। ਸੁਖੀ ਰੰਧਾਵੇ ਦੀ ਸਿਫਾਰਿਸ਼ ਦੇ ਉੱਤੇ ਤਾਂ ਨਵਜੋਤ ਸਿੰਘ ਸਿੱਧੂ ਦੀ ਪਸੰਦ ਸੀ ਕੁੰਵਰ ਵਿਜੇ ਪ੍ਰਤਾਪ, ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਅਖੀਰ ਪ੍ਰਗਟਾਵਾ ਕਰਨਾ ਪਿਆ ਕਿ ਤੁਸੀਂ ਲਿਆਂਦਾ ਸੀਗਾ। ਸਾਜ਼ਿਸ਼ਾਂ ਤੁਸੀਂ ਘੜੋ ਅਕਾਲੀ ਦਲ ਦੇ ਵਿਰੁੱਧ, ਕੈਪਟਨ ਅਮਰਿੰਦਰ ਸਿੰਘ ਘੜੇ ਅਕਾਲੀ ਦਲ ਦੇ ਵਿਰੁੱਧ, ਅਤੇ ਗੱਲਾਂ ਤੁਸੀਂ ਅੱਜ ਇਹੋ ਜਿਹੀਆਂ ਕਰੋਗੇ। ਇਹ ਗੱਲਾਂ ਕਿਸੇ ਨੂੰ ਗਲੇ ਨਹੀਂ ਉਤਰਨ ਵਾਲੀਆਂ। ਜਿੰਨਾ ਮਰਜ਼ੀ ਹੁਣ ਤੁਸੀਂ ਜਿਸ ਤਰ੍ਹਾਂ ਦੀ ਮਰਜ਼ੀ ਗੱਲਾਂ ਕਰ ਲਓ, ਹੁਣ ਇਹ ਗੱਲਾਂ ਚੱਲਣੀਆਂ ਨਹੀਂ। ਹੁਣ ਫਿਰ 2022 ਨੂੰ ਕਿੱਦਾਂ ਦੇਖ ਰਹੇ ਹੋ ਕਾਂਗਰਸ ਨੂੰ ਫਿਰ ਤੁਸੀਂ? 2022 'ਚ ਲੋਕੀ ਪੰਜਾਬ ਦੇ ਮੰਨਣਗੇ ਕਾਂਗਰਸ ਨੂੰ। ਬੜੇ ਵਿਸ਼ਵਾਸ ਦੇ ਨਾਲ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਸੀਗਾ। ਬੜਾ ਵੱਡਾ ਭਰੋਸਾ ਦਿੱਤਾ ਸੀਗਾ ਪੰਜਾਬ ਦੇ ਲੋਕਾਂ ਨੇ, ਬੜਾ ਵੱਡਾ ਬਹੁਮਤ ਦਿੱਤਾ ਸੀਗਾ ਇੱਕ ਵਿਸ਼ਵਾਸ ਕਰਕੇ। ਉਸ ਵਿਸ਼ਵਾਸ ਨੂੰ ਤੋੜਿਆ ਹੈ ਕੈਪਟਨ ਅਮਰਿੰਦਰ ਸਿੰਘ ਨੇ, ਤੋੜਿਆ ਹੈ ਨਵਜੋਤ ਸਿੰਘ ਸਿੱਧੂ ਨੇ, ਤੋੜਿਆ ਹੈ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ, ਤੋੜਿਆ ਹੈ। ਅਤੇ ਫਿਰ 2022 'ਚ ਜ਼ਮਾਨਤਾਂ ਜ਼ਬਤ ਹੋਣੀਆਂ ਅਤੇ ਲੋਕੀ ਤਾਂ ਹੁਣ ਐ ਤੋੜ ਕੇ ਬੈਠੇ ਹੈ ਕਿ ਕਿਹੜਾ ਸਾਡੇ ਹੱਕ 'ਚ ਹੈ, ਕਿਹਨੇ ਸਾਡੇ ਲਈ ਕੀ ਕੀਤਾ ਆ, ਕਿਹੜਾ ਸਾਡੇ ਲਈ ਚੰਗਾ ਆ, ਕਿਹੜਾ ਸਾਡੇ ਲਈ ਮਾੜਾ ਆ। ਅਤੇ ਲੋਕ ਤਾਂ ਗੱਲਾਂ ਕਰਦੇ ਸ਼੍ਰੋਮਣੀ ਅਕਾਲੀ ਦਲ ਦੀਆਂ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੀਆਂ। ਅੱਜ ਜੋ ਵੀ ਪੰਜਾਬ 'ਚ ਡਿਵੈਲਪਮੈਂਟ ਹੋਈ ਹੈ, ਜੋ ਵੀ ਪੰਜਾਬ 'ਚ ਕੰਮ ਹੋਏ ਨੇ, ਔਰ ਜੋ ਵੀ ਲੋਕ ਭਲਾਈ ਦੀਆਂ ਸਕੀਮਾਂ ਚੱਲਦੀਆਂ ਨੇ, ਚਾਹੇ ਕਿਸਾਨੀ ਵਾਸਤੇ ਹੈ, ਚਾਹੇ ਗਰੀਬਾਂ ਵਾਸਤੇ ਹੈ, ਚਾਹੇ ਵਪਾਰੀਆਂ ਵਾਸਤੇ ਹੈ, ਹਰੇਕ ਪੱਖ ਤੋਂ ਜੇ ਕਿਸੇ ਨੇ ਕੁਛ ਕੀਤਾ ਪੰਜਾਬ ਵਾਸਤੇ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਨੇ ਕੀਤਾ। ਅਤੇ ਇਸ ਕਰਕੇ 2022 ਦੇ ਵਿੱਚ ਇਹ ਤਾਂ ਸਪਸ਼ਟ ਨਜ਼ਰ ਆਉਂਦਾ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ 'ਤੇ ਜਿਹੜਾ ਗੱਠਜੋੜ ਹੋ ਚੁੱਕਾ ਹੈ ਬਹੁਜਨ ਸਮਾਜ ਪਾਰਟੀ ਦਾ, ਸਰਕਾਰ 2022 'ਚ ਬਣਨੀ। ਕੱਲ੍ਹ ਮੀਟਿੰਗ ਹੋ ਰਹੀ ਹੈ ਕਿਸਾਨਾਂ ਦੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਗੱਲੇ ਦੇ ਬਕਾਇਦਾ, ਕਿੱਦਾਂ ਦੇਖ ਰਹੇ ਹੋ? ਦੇਖੋ, ਬੜੇ ਦੁੱਖ ਦੀ ਗੱਲ ਹੈ ਕਿ ਕਿਸਾਨ ਜਿਣਸ ਪੈਦਾ ਕਰਦਾ ਹੈ, ਆਪਦੀ ਫਸਲ ਪੈਦਾ ਕਰਦਾ ਹੈ, ਅਤੇ ਉਹਦੀ ਫਸਲ ਦਾ ਵਾਜਬ ਰੇਟ ਵੀ ਨਾ ਮਿਲੇ ਔਰ ਸਰਕਾਰ ਉਹਦਾ ਸਹੀ ਸਮੇਂ 'ਤੇ ਉਹਦੀ ਅਦਾਇਗੀ ਵੀ ਨਾ ਕਰੇ, ਅਤੇ ਸਾਲਾਂ ਬੱਧੀ ਸਮਾਂ ਲੰਘ ਜੇ ਅਤੇ ਤਦ ਵੀ ਉਹਦੀ ਅਦਾਇਗੀ ਨਾ ਕਰੇ। ਅੱਜ 200 ਕਰੋੜ ਤੋਂ ਉੱਤੇ ਜਿਹੜਾ ਕਿਸਾਨਾਂ ਦਾ ਬਕਾਇਆ ਜਿਹੜਾ ਪੰਜਾਬ ਸਰਕਾਰ ਵੱਲ ਪਿਆ ਹੈ, ਪੰਜਾਬ ਸਰਕਾਰ ਦਿੰਦੀ ਕਿਉਂ ਨਹੀਂ? ਕੋਈ ਖਰਾਤ ਮੰਗਦੇ। ਔਰ 2018 ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਕੋਈ ਰੇਟ ਨਹੀਂ ਵਧਾਇਆ ਗਿਆ। ਬਾਕੀ ਸਟੇਟਾਂ 'ਚ ਦੇਖ ਲਓ, ਉਹਨਾਂ 'ਚ ਕੀ ਰੇਟ ਹੈ ਅਤੇ ਪੰਜਾਬ 'ਚ ਕੀ ਰੇਟ ਹੈ। ਅਤੇ ਤੁਸੀਂ ਬਾਕੀ ਸਟੇਟਾਂ ਤੋਂ ਅੱਵਲ ਤਾਂ ਵੱਧ ਦੇਣਾ ਚਾਹੀਦਾ ਆ। ਜੇ ਵੱਧ ਨਹੀਂ ਦੇ ਸਕਦੇ, ਘੱਟੋ ਘੱਟ ਉਹਨਾਂ ਰੇਟ 'ਤੇ ਦਿਓ।